ਸਿਰ ਤੋਂ ਲੈ ਕੇ ਪੈਰਾਂ ਤੱਕ ਤੰਦਰੁਸਤ ਹੋਈਏ। ਚਾਹੇ ਅਸੀਂ ਗਲੋ ਦੀ ਗੱਲ ਕਰ ਲਈਏ, ਅਸੀਂ ਵਾਲਾਂ ਦੀ ਗੱਲ ਕਰ ਲਈਏ, ਅਸੀਂ ਚਾਹੇ ਆਪਣੀ ਸਕਿਨ ਦੀ ਗੱਲ ਕਰ ਲਈਏ ਤੇ ਚਾਹੇ ਨੋਹਾਂ ਦੀ ਗੱਲ ਕਰ ਲਈਏ, ਜਿਵੇਂ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀ। ਅੱਜ ਹਰ ਕਿਸੇ ਦੀ ਇਹ ਜ਼ਰੂਰਤ ਹੈ ਖੂਬਸੂਰਤ। ਜਿੰਨੀ ਤੁਹਾਡੀ ਦਿੱਖ ਖੂਬਸੂਰਤ ਹੋਵੇ ਉਨੇ ਹੀ ਤੁਹਾਡੇ 'ਚ ਗੁਣ ਖੂਬਸੂਰਤ ਹੋਣੇ ਚਾਹੀਦੇ ਆ। ਜਿਹੜੀ ਕਿ ਸਾਡੇ ਵਾਲਾਂ ਤੋਂ ਸ਼ੁਰੂ ਹੋ ਕੇ ਪੈਰ ਦੇ ਨੋਹਾਂ ਤੱਕ ਸਾਡੀ ਦਿੱਖ ਜਿਹੜੀ ਆ ਉਹ ਖੂਬਸੂਰਤ ਹੋਣੀ ਚਾਹੀਦੀ ਹੈ। ਤੰਦਰੁਸਤੀ ਅਸੀਂ ਕਹਿੰਦੇ ਹਾਂ ਇਸੇ ਤਰੀਕੇ ਦੇ ਨਾਲ ਮਨ ਦੀ ਦਰੁਸਤੀ। ਸੋ ਤਨ ਮਨ ਦੀ ਦਰੁਸਤੀ ਜਿਹੜੀ ਹੈ ਉਹਦੇ ਲਈ ਅਸੀਂ ਇਹ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਲੈਟ ਫੂਡ ਬੀ ਯੂਰ ਮੈਡੀਸਨ। ਤੁਹਾਡੇ ਭੋਜਨ ਤੋਂ ਤੁਹਾਡੇ ਤਨ ਤੇ ਮਨ ਦੀ ਦਰੁਸਤੀ ਰਵੇ। ਤੇ ਵਾਲ ਲੰਬੇ ਹੋਣੇ ਚਾਹੀਦੇ ਆ, ਵਾਲ ਕਾਲੇ ਹੋਣੇ ਚਾਹੀਦੇ ਆ, ਪ੍ਰੀਮੈਚੁਰ ਗ੍ਰੇਇੰਗ ਨਹੀਂ ਹੋਣੀ ਚਾਹੀਦੀ, ਵਾਲ ਜੜ ਤੋਂ ਪੁੱਟੇ ਨਹੀਂ ਜਾਣੇ ਚਾਹੀਦੇ। ਵਾਲਾਂ ਦੀ ਕਿ ਸਭ ਤੋਂ ਸੌਖਾ ਤਰੀਕਾ ਹੈ ਇਹੀ ਤੇ ਅਸੀਂ ਕਹਿੰਦੇ ਹਾਂ ਲੈਟ ਫੂਡ ਬੀ ਯੂਰ ਮੈਡੀਸਨ। ਤੁਹਾਡੀ ਰਸੋਈ ਦੇ ਵਿੱਚ ਸਾਰਾ ਕੁਝ ਪਿਆ ਹੋਇਆ ਹੈ, ਉਹਦੀ ਸਪੈਸੀਫਿਕ ਮਿਕਦਾਰ ਲੈ ਕੇ ਅਸੀਂ ਉਹਨੂੰ ਦਵਾਈ ਕਿਵੇਂ ਬਣਾ ਲੈਂਦੇ। ਵਾਲ ਝੜਦੇ ਆ, ਵਾਲ ਦੁਮੂਏ ਹੋ ਜਾਂਦੇ ਆ, ਵਾਲ ਕਾਲੇ ਨਹੀਂ ਹੈ, ਵਾਲ ਲੰਬੇ ਨਹੀਂ ਹੈ। ਇਹਨਾਂ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਫਾਰਮੂਲਾ ਨੋਟ ਕਰ ਲਓ। 1 ਚਮਚ ਨਿੰਬੂ ਦਾ ਰਸ, 1 ਚਮਚ ਲਸਣ ਦਾ ਰਸ ਜਿਹੜਾ ਕੱਢਣਾ ਔਖਾ ਹੁੰਦਾ ਹੈ ਜੀ, ਔਰ 1 ਚਮਚ ਪਿਆਜ਼ ਦਾ ਰਸ। ਕਿੰਨੇ ਸਾਰੇ ਲਸਣ ਦੇ ਵਿੱਚੋਂ 1 ਚਮਚ ਲਸਣ ਦਾ ਰਸ ਨਿਕਲੇਗਾ ਕਿ ਉਹਨੂੰ ਗ੍ਰਾਈਂਡ ਕਰ ਲਓ, ਫਿਰ ਉਹਨੂੰ ਕਾਟਨ ਦੀ ਕਿਸੇ ਕੱਪੜੇ ਦੇ ਵਿੱਚੋਂ ਨਿਚੋੜ ਕੇ ਕੱਢ ਲਓ। ਲੇਕਿਨ ਤਿੰਨੇ ਚੀਜ਼ਾਂ 1-1 ਚਮਚ ਹੋਣੀਆਂ ਚਾਹੀਦੀਆਂ ਔਰ ਇਹ ਤੁਹਾਡਾ ਲੋਸ਼ਨ ਤਿਆਰ ਹੋ ਗਿਆ। ਰਾਤ ਨੂੰ ਸੌਣ ਲੱਗਿਆਂ ਚੀਰ ਕੱਢਦੇ ਹੋਏ ਸਾਰੇ ਸਿਰ ਦੇ ਵਿੱਚ ਇਹ ਲੋਸ਼ਨ ਲਾ ਲਓ ਔਰ ਇਹ ਥੋੜੀ ਜਿਹੀ ਇਰੀਟੇਸ਼ਨ ਕਰਨੀ ਸ਼ੁਰੂ ਕਰ ਦੇਗਾ। ਰਾਤੀ ਸੌਣ ਲੱਗਿਆ ਸਵਿਮਿੰਗ ਦੀ ਕੈਪ ਜਾਂ ਸਿਰ ਨੂੰ ਢੱਕ ਕੇ ਤੁਸੀਂ ਸੌਂ ਸਕਦੇ ਹੋ। ਸਵੇਰੇ ਉੱਠ ਕੇ ਤੁਹਾਨੂੰ 2 ਵਾਰ ਨਹਾਉਣਾ ਪਏਗਾ ਕਿਉਂਕਿ ਲਸਣ ਦੀ ਓਡੋਰ ਆ ਜਿਹੜੀ ਉਹ ਸਾਨੂੰ ਕਿਸੇ ਵੇਲੇ ਪਰੇਸ਼ਾਨ ਕਰਦੀ ਹੈ। ਹੋ ਸਕਦਾ ਹੈ ਕਿ ਪਹਿਲੇ 2-3 ਦਿਨ ਜੇ ਤੁਹਾਡੇ ਵਾਲ ਝੜਦੇ ਸੀ, ਅਕਸਰ ਸਾਡੇ ਕੋਲ ਇਹ ਪ੍ਰੋਬਲਮ ਹੈਗੀ ਹੈ ਕਿਉਂਕਿ ਪਾਣੀ ਦੇ ਵਿੱਚ ਕਲੋਰੀਨ ਜਾਂ ਕੁਝ ਇਹ ਜਿਹੇ ਤੱਤ ਨੇ ਜਿਹੜੇ ਪਾਣੀ ਦੀ ਪਿਊਰੀਫਿਕੇਸ਼ਨ 'ਚ ਵਰਤੇ ਜਾਂਦੇ ਆ। ਲਗਾਤਾਰ 1 ਹਫ਼ਤਾ ਯੂਜ਼ ਕਰੋ, ਫਿਰ 2 ਦਿਨ ਦੀ ਬ੍ਰੇਕ ਕਰ ਲਓ, ਫਿਰ 1 ਹਫ਼ਤਾ ਯੂਜ਼ ਕਰੋ। ਇਸ ਤਰੀਕੇ ਦੇ ਨਾਲ ਜੇ ਤੁਸੀਂ 2 ਮਹੀਨੇ ਕੰਟੀਨਿਊ ਕਰ ਲੈਂਦੇ ਹੋ ਤੇ ਤੁਸੀਂ ਇਹ ਦੇਖੋਗੇ ਕਿ ਵਾਲ ਝੜਨ ਦੀ ਨਹੀਂ ਬਲਕਿ ਵਾਲ ਤੁਹਾਡੇ ਲੰਬੇ ਵੀ ਹੋ ਜਾਣਗੇ। ਜੇ ਕਿਤੇ ਪ੍ਰੀਮੈਚੁਰ ਗ੍ਰੇਇੰਗ ਆ ਰਹੀ ਸੀਗੀ ਉਹ ਵੀ ਠੀਕ ਹੋ ਜਾਏਗੀ। ਸੋ ਲਸਣ, ਪਿਆਜ਼ ਤੇ ਨਿੰਬੂ ਇਹ ਆਪਣੇ ਆਪ ਦੇ ਵਿੱਚ ਜਨਰਲੀ ਵੀ ਇਹ ਐਂਟੀ ਫੰਗਲ। ਡੈਂਡਰਫ ਦੀ ਪ੍ਰੋਬਲਮ ਜਿਹੜੀ ਆ ਉਹ ਵੀ ਠੀਕ ਹੋ ਸਕਦੀ ਹੈ ਇਹਦੇ ਨਾਲ। ਸਕੈਲਪ ਨਾਲ ਸੰਬੰਧਿਤ ਸਾਰੀਆਂ ਪ੍ਰੋਬਲਮਸ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਹੈਲਥ ਦੇ ਬਾਰੇ। ਹੈਲਥ ਨੂੰ ਅਸੀਂ ਕਿਵੇਂ ਸਹੀ ਰੱਖ ਸਕਦੇ ਹਾਂ, ਖਾਸ ਕਰਕੇ ਕਿਚਨ ਦੇ ਵਿੱਚੋਂ ਹੈਲਥ ਕਿਵੇਂ ਲੱਭੀ ਜਾ ਸਕਦੀ ਹੈ। ਪਿਛਲੇ ਐਪੀਸੋਡ ਦੇ ਵਿੱਚ ਅਸੀਂ ਡਾਕਟਰ ਅਰੀਦਮਨ ਮਾਹਲ ਜੀ ਜਿਹੜੇ ਕਿ ਬਾਕਮਾਲ ਡਾਕਟਰ ਨੇ, ਤੁਸੀਂ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਹਾਂ, ਉਹਨਾਂ ਦੇ ਟਿਪਸ ਨੂੰ ਫੋਲੋ ਕਰਨਾ ਪਸੰਦ ਕਰਦੇ ਹਾਂ ਤੇ ਉਹਨਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਦਲਦੇ ਵੀ ਦੇਖਦੇ ਹਾਂ। ਚੇਂਜਸ ਆਉਂਦੇ ਨੇ ਜਦੋਂ ਤੁਸੀਂ ਕੁਝ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਉਹਨੂੰ ਆਪਣੀ ਜ਼ਿੰਦਗੀ ਦਾ ਜਿਹੜਾ ਉਹ ਪਾਰਟ ਬਣਾ ਲੈਂਦੇ ਆ। ਅੱਜ ਵੀ ਡਾਕਟਰ ਸਾਹਿਬ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ ਕਿਉਂਕਿ ਅਸੀਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਨਾ ਉਹ ਚੀਜ਼ਾਂ 'ਚ ਪੈ ਗਏ ਆ ਕਿ ਗੋਰਾਪਨ ਹੋਣਾ ਚਾਹੀਦਾ, ਸਾਡੇ ਵਾਲ ਸੋਹਣੇ ਹੋਣੇ ਚਾਹੀਦੇ, ਸਾਡੇ ਸਕਿਨ ਹੈਲਥੀ ਹੋਣੀ ਚਾਹੀਦੀ, ਹੋਣਾ ਵੀ ਚਾਹੀਦਾ। ਪਰ ਜਦੋਂ ਟੀਵੀ ਦੇ ਉੱਤੇ ਅਸੀਂ ਐਡਵਰਟਾਈਜ਼ਮੈਂਟ ਦੇਖਦੇ ਹਾਂ ਤੇ ਬਹੁਤ ਸਾਰੀਆਂ ਐਡਵਰਟਾਈਜ਼ਮੈਂਟ ਆਉਂਦੀਆਂ ਸਾਨੂੰ ਕਿ ਤੁਸੀਂ ਵਾਲਾਂ ਦੀ ਕੇਅਰ ਇਸ ਤਰ੍ਹਾਂ ਦੇ ਨਾਲ ਕਰੋ, ਤੁਸੀਂ ਨੋਹਾਂ ਦੀ ਕੇਅਰ ਇਸ ਤਰ੍ਹਾਂ ਦੇ ਨਾਲ ਕਰੋ। ਤੇ ਕਈ ਵਾਰੀ ਉਹ ਸਹੀ ਚੀਜ਼ ਪਹੁੰਚਾਉਣ ਦੀ ਜਗ੍ਹਾ ਦੇ ਉੱਤੇ ਤੁਹਾਨੂੰ ਨੈਗੇਟਿਵ ਇਫੈਕਟਸ ਜਿਹੜੇ ਨੇ ਉਹ ਹੁੰਦੇ ਨੇ। ਪਰ ਉਹਨੂੰ ਕਿਵੇਂ ਅਸੀਂ ਸਹੀ ਕਰ ਸਕਦੇ ਹਾਂ, ਕਿਵੇਂ ਆਪਣੇ ਆਪ ਨੂੰ ਨਰਿਸ਼ ਕਰ ਸਕਦੇ ਹਾਂ ਤੇ ਤੰਦਰੁਸਤ ਬਣਾ ਸਕਦੇ ਹਾਂ, ਇਹਨਾਂ ਤੋਂ ਟਿਪਸ ਜਾਣਨ ਦੀ ਕੋਸ਼ਿਸ਼ ਕਰਾਂਗੇ। ਕੀ ਕੁਝ ਅਸੀਂ ਲਾਈਫ 'ਚ ਇੰਪਲੀਮੈਂਟ ਕਰ ਸਕਦੇ ਹਾਂ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਡਾਕਟਰ ਸਾਹਿਬ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ, ਆਓ ਸਵਾਗਤ ਕਰਦੇ ਹਾਂ ਡਾਕਟਰ ਅਰੀਦਮਨ ਮਾਹਲ ਜੀ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਜੀ, ਕੀ ਹਾਲ ਚਾਲ? ਮੈਂ ਤੰਦਰੁਸਤ ਹਾਂ ਔਰ ਤੁਹਾਡੀ ਤੰਦਰੁਸਤੀ ਔਰ ਸਾਰੇ
ਦੇਖਣ ਵਾਲਿਆਂ ਦੀ ਤੰਦਰੁਸਤੀ ਲਈ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ। ਡਾਕਟਰ ਸਾਹਿਬ, ਜਦੋਂ ਵੀ ਤੁਸੀਂ ਸਟੂਡੀਓ ਦੇ ਵਿੱਚ ਆਉਂਦੇ ਹੋ ਨਾ, ਇੱਕ ਪੋਜ਼ਿਟਿਵ ਵਾਈਬਸ ਆ ਜਾਂਦੀਆਂ ਨੇ, ਤੁਹਾਡੇ ਚਿਹਰੇ ਦੀ ਸਮਾਈਲ, ਉਹ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਆਪ ਤੰਦਰੁਸਤ ਆ। ਆਪ ਜਿਹੜਾ ਆ ਉਹ ਕਹਿ ਸਕਦੇ ਹਾਂ, ਚਿਹਰਾ ਦੇਖ ਕੇ ਪਤਾ ਲੱਗ ਜਾਂਦਾ ਹੈ, ਚੀਜ਼ਾਂ ਨੂੰ ਫੋਲੋ ਕਰਦੇ ਆ। ਫਿਰ ਲੱਗਦਾ ਹੁੰਦਾ ਸਾਨੂੰ ਵੀ ਵਧੀਆ ਟਿਪਸ ਜਿਹੜੇ ਨੇ ਅੱਜ ਮਿਲਣ ਵਾਲੇ ਨੇ, ਤੇ ਅੱਜ ਬਹੁਤ ਵਧੀਆ ਗੱਲਬਾਤ ਹੋਣ ਵਾਲੀ ਹੈ, ਕਿਉਂਕਿ ਇਹ ਸਾਰਿਆਂ ਨੂੰ ਲੋੜ ਹੈ ਕਿ ਅਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਤੰਦਰੁਸਤ ਹੋਈਏ। ਚਾਹੇ ਅਸੀਂ ਗਲੋ ਦੀ ਗੱਲ ਕਰ ਲਈਏ, ਅਸੀਂ ਬਾਲਾਂ ਦੀ ਗੱਲ ਕਰ ਲਈਏ, ਅਸੀਂ ਚਾਹੇ ਆਪਣੀ ਸਕਿਨ ਦੀ ਗੱਲ ਕਰ ਲਈਏ, ਤੇ ਚਾਹੇ ਨਹੁੰਾਂ ਦੀ ਗੱਲ ਕਰ ਲਈਏ, ਜਿਵੇਂ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ। ਸੋ ਉਹ ਸਾਰੀਆਂ ਚੀਜ਼ਾਂ ਸਾਨੂੰ ਜਿਹੜੀਆਂ ਉਹ ਕਿਵੇਂ ਮਿਲ ਸਕਦੀਆਂ ਨੇ, ਜੇ ਅਸੀਂ ਸਟਾਰਟਿੰਗ ਕਰਨੀ ਹੋਵੇ, ਬਾਲਾਂ ਤੋਂ ਕਰਨੀ ਹੋਵੇ, ਸਕੈਲਪ ਤੋਂ ਕਰਨੀ ਹੋਵੇ, ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਜੀ? ਤੁਸੀਂ ਖੂਬਸੂਰਤੀ ਤੋਂ ਗੱਲ ਸ਼ੁਰੂ ਕੀਤੀ ਹੈ। ਯੈਸ, ਅੱਜ ਹਰ ਕਿਸੇ ਦੀ ਇਹ ਜ਼ਰੂਰਤ ਹੈ ਖੂਬਸੂਰਤ, ਲੇਕਿਨ ਉਨਾ ਹੀ ਜ਼ਰੂਰਤ ਹੈ ਖੂਬਸੀਰਤ। ਜੀ ਜੀ। ਜਿੰਨੀ ਤੁਹਾਡੀ ਦਿੱਖ ਖੂਬਸੂਰਤ ਹੋਵੇ, ਉਨੇ ਹੀ ਤੁਹਾਡੇ 'ਚ ਗੁਣ ਖੂਬਸੂਰਤ ਹੋਣੇ ਚਾਹੀਦੇ ਹੈ। ਸੋ ਸੂਰਤ ਤੇ ਸੀਰਤ ਨੂੰ ਮਿਲਾ ਕੇ ਖੂਬਸੂਰਤੀ ਬਣਦੀ ਹੈ। ਸੋ ਇਸ ਕਰਕੇ ਅਸੀਂ ਜਿਹੜੀ ਅੱਜ ਗੱਲ ਕਰਾਂਗੇ, ਉਹ ਗੱਲ ਕਰਾਂਗੇ ਸਰੀਰਕ ਖੂਬਸੂਰਤੀ ਦੀ, ਜਿਹੜੀ ਕਿ ਸਾਡੇ ਵਾਲਾਂ ਤੋਂ ਸ਼ੁਰੂ ਹੋ ਕੇ ਪੈਰ ਦੇ ਨਹੁੰਾਂ ਤੱਕ ਸਾਡੀ ਦਿੱਖ ਜਿਹੜੀ ਆ ਉਹ ਖੂਬਸੂਰਤ ਹੋਣੀ ਚਾਹੀਦੀ ਹੈ। ਤੰਦਰੁਸਤੀ ਅਸੀਂ ਕਹਿੰਦੇ ਹਾਂ, ਇਸੇ ਤਰੀਕੇ ਦੇ ਨਾਲ ਮਨ ਦੀ ਦਰੁਸਤੀ। ਸੋ ਤਨ ਮਨ ਦੀ ਦਰੁਸਤੀ ਜਿਹੜੀ ਹੈ, ਉਹਦੇ ਲਈ ਅਸੀਂ ਇਹ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਲੈਟ ਫੂਡ ਬੀ ਯੂਰ ਮੈਡੀਸਨ। ਤੁਹਾਡੇ ਭੋਜਨ ਤੋਂ ਤੁਹਾਡੇ ਤਨ ਤੇ ਮਨ ਦੀ ਦਰੁਸਤੀ ਰਵੇ। ਤੁਸੀਂ 100 ਸਾਲ ਜੀਓ ਬਿਨਾਂ ਦਵਾਈ ਤੋਂ, ਬਿਨਾਂ ਡਾਕਟਰ ਤੋਂ। ਸੋ ਜੇ ਵਾਲਾਂ ਦੀ ਗੱਲ ਕਰੀਏ ਤੇ ਵਾਲ ਲੰਬੇ ਹੋਣੇ ਚਾਹੀਦੇ ਆ, ਵਾਲ ਕਾਲੇ ਹੋਣੇ ਚਾਹੀਦੇ ਆ, ਪ੍ਰੀਮੈਚੁਰ ਗ੍ਰੇਇੰਗ ਨਹੀਂ ਹੋਣੀ ਚਾਹੀਦੀ, ਵਾਲ ਜੜ ਤੋਂ ਪੁੱਟੇ ਨਹੀਂ ਜਾਣੇ ਚਾਹੀਦੇ। ਸੋ ਇਹ ਵਾਲਾਂ ਦੀਆਂ ਪ੍ਰੋਬਲਮ ਸਾਨੂੰ ਅਕਸਰ ਦੇਖਣ ਨੂੰ ਮਿਲ ਰਹੀਆਂ ਨੇ, ਬਲਕਿ ਦੁਨੀਆ ਭਰ 'ਚ ਸਾਡਾ ਭਾਈਚਾਰਾ ਜਿੱਥੇ ਜਿੱਥੇ ਵੀ ਵਿਚਰਦਾ ਆ, ਉੱਥੇ ਅਸੀਂ ਵੀ ਵਿਚਰਦੇ ਹਾਂ। ਇਹ ਪ੍ਰੋਬਲਮ ਸਾਨੂੰ ਡੈਫੀਨੇਟਲੀ ਮਿਲਦੀਆਂ ਨੇ। ਸੋ ਪਹਿਲੀ ਗੱਲ ਇਹ ਹੈ ਕਿ ਵਾਲਾਂ ਦੀ ਕਿ ਸਭ ਤੋਂ ਸੌਖਾ ਤਰੀਕਾ ਹੈ, ਇਹੀ ਤੇ ਅਸੀਂ ਕਹਿੰਦੇ ਹਾਂ ਲੈਟ ਫੂਡ ਬੀ ਯੂਰ ਮੈਡੀਸਨ। ਤੁਹਾਡੀ ਰਸੋਈ ਦੇ ਵਿੱਚ ਸਾਰਾ ਕੁਝ ਪਿਆ ਹੋਇਆ ਹੈ, ਉਹਦੀ ਸਪੈਸੀਫਿਕ ਮਿਕਦਾਰ ਲੈ ਕੇ ਅਸੀਂ ਉਹਨੂੰ ਦਵਾਈ ਕਿਵੇਂ ਬਣਾ ਲੈਂਦੇ ਹਾਂ। ਸੋ ਜਿੰਨੀਆਂ ਅਸੀਂ ਵਾਲਾਂ ਦੀ ਗੱਲ ਕੀਤੀ ਹੈ ਕਿ ਪ੍ਰੀਮੈਚੁਰ ਗ੍ਰੇਇੰਗ ਹੈ, ਵਾਲ ਝੜਦੇ ਆ, ਵਾਲ ਦਮੂਏ ਹੋ ਜਾਂਦੇ ਆ, ਵਾਲ ਕਾਲੇ ਨਹੀਂ ਹੈ, ਵਾਲ ਲੰਬੇ ਨਹੀਂ ਹੈ, ਇਹਨਾਂ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਫਾਰਮੂਲਾ ਨੋਟ ਕਰ ਲਓ ਜੀ। 1 ਚਮਚ ਨਿੰਬੂ ਦਾ ਰਸ, 1 ਚਮਚ ਲਸਣ ਦਾ ਰਸ ਜਿਹੜਾ ਕੱਢਣਾ ਔਖਾ ਹੁੰਦਾ ਹੈ ਜੀ, ਔਰ 1 ਚਮਚ ਪਿਆਜ਼ ਦਾ ਰਸ। ਕਿੰਨੇ ਸਾਰੇ ਲਸਣ ਦੇ ਵਿੱਚੋਂ 1 ਚਮਚ ਲਸਣ ਦਾ ਰਸ ਨਿਕਲੇਗਾ ਕਿ ਉਹਨੂੰ ਗ੍ਰਾਈਂਡ ਕਰ ਲਓ, ਫਿਰ ਉਹਨੂੰ ਕਾਟਨ ਦੀ ਕਿਸੇ ਕੱਪੜੇ ਦੇ ਵਿੱਚੋਂ ਨਿਚੋੜ ਕੇ ਕੱਢ ਲਓ। ਲੇਕਿਨ ਤਿੰਨੇ ਚੀਜ਼ਾਂ 1-1 ਚਮਚ ਹੋਣੀਆਂ ਚਾਹੀਦੀਆਂ, ਔਰ ਇਹ ਤੁਹਾਡਾ ਲੋਸ਼ਨ ਤਿਆਰ ਹੋ ਗਿਆ। ਰਾਤ ਨੂੰ ਸੌਣ ਲੱਗਿਆ ਤੁਸੀਂ ਚੀਰ ਕੱਢ ਕੇ, ਕਿਉਂਕਿ ਇਹਦੀ ਐਪਲੀਕੇਸ਼ਨ ਸਕੈਲਪ 'ਚ ਹੋਣੀ ਚਾਹੀਦੀ ਹੈ, ਇਹਦੀ ਐਪਲੀਕੇਸ਼ਨ ਵਾਲਾਂ ਦੇ ਫੋਲੀਕਲ ਜਾਂ ਰੂਟਸ ਤੱਕ ਜਾਣੀ ਚਾਹੀਦੀ ਹੈ। ਸੋ ਇਸ ਕਰਕੇ ਰਾਤ ਨੂੰ ਸੌਣ ਲੱਗਿਆ ਚੀਰ ਕੱਢਦੇ ਹੋਏ ਸਾਰੇ ਸਿਰ ਦੇ ਵਿੱਚ ਇਹ ਲੋਸ਼ਨ ਲਾ ਲਓ, ਔਰ ਇਹ ਥੋੜੀ ਜਿਹੀ ਇਰੀਟੇਸ਼ਨ ਕਰਨੀ ਸ਼ੁਰੂ ਕਰ ਦੇਗਾ। ਉਹਦੇ ਤੋਂ ਘਬਰਾਉਣਾ ਨਹੀਂ ਹੈ, ਬਲਕਿ ਸਾਰੀ ਰਾਤ ਇਹਨੂੰ ਲੱਗੇ ਰਹਿਣ ਦੇਣਾ ਹੈ। ਤੇ ਰਾਤੀ ਸੌਣ ਲੱਗਿਆ ਸਵਿਮਿੰਗ ਦੀ ਕੈਪ ਜਾਂ ਸਿਰ ਨੂੰ ਢੱਕ ਕੇ ਤੁਸੀਂ ਸੌਂ ਸਕਦੇ ਹੋ। ਸਵੇਰੇ ਉੱਠ ਕੇ ਤੁਹਾਨੂੰ 2 ਵਾਰ ਨਹਾਉਣਾ ਪਏਗਾ, ਕਿਉਂਕਿ ਲਸਣ ਦੀ ਓਡੋਰ ਆ ਜਿਹੜੀ ਉਹ ਸਾਨੂੰ ਕਿਸੇ ਵੇਲੇ ਪਰੇਸ਼ਾਨ ਕਰਦੀ ਹੈ। ਸੋ ਸਵੇਰੇ ਉੱਠ ਕੇ ਦੋਹਰਾ ਬਾਥ ਲੈਣਾ ਪਏਗਾ। ਔਰ ਹੋ ਸਕਦਾ ਹੈ ਕਿ ਪਹਿਲੇ 2-3 ਦਿਨ ਜੇ ਤੁਹਾਡੇ ਵਾਲ ਝੜਦੇ ਸੀ ਜੀ, ਅਕਸਰ ਸਾਡੇ ਕੋਲ ਇਹ ਪ੍ਰੋਬਲਮ ਹੈਗੀ ਹੈ, ਕਿਉਂਕਿ ਪਾਣੀ ਦੇ ਵਿੱਚ ਕਲੋਰੀਨ ਜਾਂ ਕੁਝ ਇਹ ਜਿਹੇ ਤੱਤ ਨੇ ਜਿਹੜੇ ਪਾਣੀ ਦੀ ਪਿਊਰੀਫਿਕੇਸ਼ਨ 'ਚ ਵਰਤੇ ਜਾਂਦੇ ਆ, ਜ਼ਿਆਦਾ ਝੜਨਗੇ। ਉਹਦੇ ਤੋਂ ਘਬਰਾ ਨਹੀਂ ਜਾਣਾ। ਅਲਟੀਮੇਟਲੀ ਲਗਾਤਾਰ 1 ਹਫ਼ਤਾ ਯੂਜ਼ ਕਰੋ, ਫਿਰ 2 ਦਿਨ ਦੀ ਬ੍ਰੇਕ ਕਰ ਲਓ, ਫਿਰ 1 ਹਫ਼ਤਾ ਯੂਜ਼ ਕਰੋ। ਇਸ ਤਰੀਕੇ ਦੇ ਨਾਲ ਜੇ ਤੁਸੀਂ 2 ਕੁ ਮਹੀਨੇ ਕੰਟੀਨਿਊ ਕਰ ਲੈਂਦੇ ਹੋ
ਤੇ ਤੁਸੀਂ ਇਹ ਦੇਖੋਗੇ ਕਿ ਵਾਲ ਝੜਨ ਦੀ ਨਹੀਂ ਬਲਕਿ ਵਾਲ ਤੁਹਾਡੇ ਲੰਬੇ ਵੀ ਹੋ ਜਾਣਗੇ। ਜੇ ਕਿਤੇ ਪ੍ਰੀਮੈਚੁਰ ਗ੍ਰੇਇੰਗ ਆ ਰਹੀ ਸੀਗੀ ਉਹ ਵੀ ਠੀਕ ਹੋ ਜਾਏਗੀ, ਔਰ ਵਾਲ ਦੋ ਮੂੰਹੇ ਹੋ ਰਹੇ ਸੀ, ਉਹਨਾਂ ਦੀ ਹੈਲਥ ਠੀਕ ਨਹੀਂ ਸੀ, ਉਹ ਸਾਰਾ ਕੁਝ ਠੀਕ ਹੋ ਜਾਏਗਾ। ਸਿਰਫ ਇਹ ਤਿੰਨ ਚੀਜ਼ਾਂ ਮਿਲਾਉਣ ਦੇ ਨਾਲ, ਇਸ ਮਿਕਸਚਰ ਦੇ ਤਿੰਨਾਂ ਨਾਲ ਸਾਰੀਆਂ ਚੀਜ਼ਾਂ ਨੂੰ ਮਿਲਾ ਲਿਆ ਤੇ ਉਹ ਦਵਾਈ ਬਣ ਗਈ, ਉਹ ਲੋਸ਼ਨ ਬਣ ਗਿਆ। ਜੀ ਜੀ। ਸੋ ਲਸਣ, ਪਿਆਜ਼ ਤੇ ਨਿੰਬੂ ਇਹ ਆਪਣੇ ਆਪ ਦੇ ਵਿੱਚ ਜਨਰਲੀ ਵੀ ਇਹ ਐਂਟੀ ਫੰਗਲ ਨੇ, ਐਂਟੀ ਬੈਕਟੀਰੀਅਲ ਨੇ, ਐਂਟੀ ਵਾਇਰਲ ਨੇ। ਦੀ ਵੀ ਪ੍ਰੋਬਲਮ ਜਿਹੜੀ ਉਹ ਠੀਕ ਹੋ ਸਕਦੀ ਹੈ। ਹਾਂਜੀ, ਡੈਂਡਰਫ ਦੀ ਪ੍ਰੋਬਲਮ ਜਿਹੜੀ ਆ ਉਹ ਵੀ ਠੀਕ ਹੋ ਸਕਦੀ ਹੈ ਇਹਦੇ ਨਾਲ। ਸਕੈਲਪ ਨਾਲ ਸੰਬੰਧਿਤ ਸਾਰੀਆਂ ਪ੍ਰੋਬਲਮਸ, ਕਿਉਂਕਿ ਡੈਂਡਰਫ ਹੋਏਗੀ। ਡੈਂਡਰਫ ਕੀ ਹੈ? ਡੈਂਡਰਫ ਵੀ ਇੱਕ ਕਿਸਮ ਦੀ ਫੰਗਸ ਹੈ। ਉਹ ਡੈਂਡਰਫ ਤੁਹਾਡੇ ਰੂਟਸ ਤੱਕ ਜਦੋਂ ਜਾਂਦੀ ਹੈ ਤੇ ਉਹ ਰੂਟਸ ਤੋਂ, ਫੋਲੀਕਲ ਤੋਂ ਹੀ ਤੁਹਾਡੇ ਜੜ ਕੱਟਣੀ ਸ਼ੁਰੂ ਕਰ ਦਿੰਦੀ ਹੈ। ਸੋ ਇਸ ਕਰਕੇ ਵਾਲਾਂ ਦੀਆਂ, ਸਕੈਲਪ ਦੀਆਂ, ਪਰ ਕਿਤੇ ਇਹਨੂੰ ਮਿਸਅੰਡਰਸਟੈਂਡ ਨਾ ਕਰ ਲਿਆ ਜਾਵੇ। ਅੱਜ ਕੱਲ੍ਹ ਸਕੈਲਪ ਸੋਰਾਇਸਿਸ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਹੈ। ਵਾਲਾਂ ਦੇ ਵਿੱਚ ਖਾਰਿਸ਼ ਹੁੰਦੀ ਹੈ, ਸਿਰ ਦੇ ਵਿੱਚ, ਸਕੈਲਪ ਦੇ ਵਿੱਚ ਸਿਕਰੀ ਦੀ ਝੜਾਂ ਚਾਨੇ ਘਿਰਦੇ ਰਹਿੰਦੇ ਆ, ਲੇਕਿਨ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਸਿਕਰੀ ਹੈ। ਸੋ ਸਕੈਲਪ ਸੋਰਾਇਸਿਸ ਨੂੰ ਸਿਕਰੀ ਨਾ ਸਮਝ ਲਿਆ ਜਾਵੇ। ਜੇ ਤੁਹਾਡੇ ਵਾਲਾਂ ਦੇ ਵਿੱਚ, ਸਿਰ ਦੇ ਵਿੱਚ, ਸਕੈਲਪ ਦੇ ਵਿੱਚ ਬੜੀ ਖਾਰਿਸ਼ ਹੁੰਦੀ ਹੈ ਔਰ ਸਿਕਰੀ ਝੜਦੀ ਰਹਿੰਦੀ ਆ, ਵਾਲ ਤੁਹਾਡੇ ਬਿਲਕੁਲ ਚਿੱਟੇ ਰਹਿੰਦੇ ਆ, ਸਿਰਹਾਣੇ ਦੇ ਉੱਤੇ ਵੀ ਲਿਬੜਿਆ ਹੁੰਦਾ ਸਿਰਹਾਣਾ, ਔਰ ਉਸ ਤੋਂ ਬਾਅਦ ਇਹ ਭਰਵੱਟਿਆਂ ਤੇ, ਕੰਨਾਂ ਦੇ ਪਿੱਛੇ, ਜਾਂ ਸਮ ਟਾਈਮ ਇਹ ਕੰਨਾਂ ਦੇ ਵਿੱਚ ਵੀ ਚਲਾ ਜਾਏ, ਤਾਂ ਫਿਰ ਇਹਨੂੰ ਕੱਲੀ ਸਿਕਰੀ ਨਾ ਸਮਝਿਆ ਜਾਵੇ, ਇਹਨੂੰ ਸਕੈਲਪ ਸੋਰਾਇਸਿਸ ਸਮਝਿਆ ਜਾਵੇ, ਜਿਹਦੇ ਲਈ ਅਸੀਂ ਡੈਫੀਨੇਟਲੀ ਕਿਸੇ ਦਿਨ ਵੱਖਰੀ ਗੱਲ ਕਰਾਂਗੇ ਕਿ ਸੋਰਾਇਸਿਸ ਨੂੰ ਅਸੀਂ ਕਿਵੇਂ ਮੈਨੇਜ ਕਰਨਾ। ਇਹ ਇਸ ਵੇਲੇ ਬੜੀ ਭਿਆਨਕ ਬਿਮਾਰੀ ਬਣੀ ਹੋਈ ਹੈ। ਹੁਣ ਜੇ ਅਸੀਂ ਸਕੈਲਪ ਤੋਂ ਉੱਪਰ ਕੇ, ਹੇਠਾਂ ਆ ਕੇ, ਵਾਲਾਂ ਤੋਂ ਹੇਠਾਂ ਆ ਕੇ ਜੇ ਅਸੀਂ ਚਿਹਰੇ ਦੀ ਗੱਲ ਕਰਾਂਗੇ ਕਿ ਚਿਹਰੇ ਦੇ ਉੱਤੇ ਬਲੈਕ ਪਿਗਮੈਂਟੇਸ਼ਨ ਹੋਵੇ, ਵਾਈਟ ਪਿਗਮੈਂਟੇਸ਼ਨ ਹੋਵੇ, ਬਲੈਮਸ਼ਿਸ ਹੋਣ, ਬਲੈਕ ਸਰਕਲਸ ਹੋਣ, ਔਰ ਚਿਹਰੇ ਦਾ ਰੰਗ ਜਿਹੜਾ ਕਿ ਬਾਹਰੀ ਪ੍ਰਭਾਵ ਕਰਕੇ ਇਫੈਕਟਡ ਹੋਵੇ, ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਅਸੀਂ ਚਿਹਰੇ ਦੀ ਖੂਬਸੂਰਤੀ ਨੂੰ ਕਿਵੇਂ ਵਾਪਸ ਲਿਆ ਸਕਦੇ ਹਾਂ। ਕਿਉਂਕਿ ਡਾਕਟਰ ਸਾਹਿਬ, ਅਸੀਂ ਚਿਹਰੇ ਦੀ ਤੁਸੀਂ ਗੱਲ ਕਰ ਰਹੇ ਹਾਂ, ਮੈਂ ਤੁਹਾਨੂੰ ਸਟਾਪ ਕੀਤਾ ਕਿਉਂਕਿ ਚਿਹਰੇ ਨੂੰ ਲੈ ਕੇ ਅਸੀਂ ਬਹੁਤ ਕੌਨਸ਼ੀਅਸ ਹੁੰਨੇ ਆ ਕਿ ਚਿਹਰਾ ਸਾਡਾ ਵਧੀਆ ਹੋਣਾ ਚਾਹੀਦਾ ਹੈ। ਅੱਜ ਕੱਲ੍ਹ ਹੌਲੀ ਹੌਲੀ, ਟਾਈਮ ਟੂ ਟਾਈਮ ਇਹ ਚੇਂਜ ਹੋ ਰਿਹਾ ਕਿ ਪਹਿਲਾਂ ਤਾਂ ਅਸੀਂ ਐਡਸ ਦੇਖਦੇ ਹੁੰਦੇ ਸੀ, ਚਿਹਰੇ ਨੂੰ ਗੋਰਾ ਬਣਾਓ, ਪਰ ਅੱਜ ਗੋਰੇ ਦੀ ਡੈਫੀਨੇਸ਼ਨ ਡਿਫਰੈਂਟ ਹੋ ਗਈ ਹੈ। ਡਿਫਰੈਂਟ ਇਸ ਤਰ੍ਹਾਂ ਹੋ ਗਈ ਹੈ ਕਿ ਜਿਸ ਤਰ੍ਹਾਂ ਦਾ ਰੰਗ ਤੁਹਾਨੂੰ ਪਰਮਾਤਮਾ ਨੇ ਬਖਸ਼ਿਆ ਨਾ, ਉਹਨੂੰ ਹੀ ਸਹੀ ਜਿਹੜਾ ਉਹ ਕਰ ਲੈਣਾ ਚਾਹੀਦਾ। ਪਰ ਅਸੀਂ ਕਈ ਵਾਰੀ ਉਸ ਚੱਕਰ 'ਚ, ਖੂਬਸੂਰਤ ਬਣਾਉਣ ਦੇ ਚੱਕਰ ਦੇ ਵਿੱਚ, ਬਹੁਤ ਸਾਰੇ ਸਾਨੂੰ ਚੀਜ਼ਾਂ ਜਿਹੜੀਆਂ ਨੇ ਉਹ ਮਾਰਕੀਟ 'ਚ ਅਵੇਲੇਬਲ ਹੁੰਦੀਆਂ ਨੇ ਕਿ ਆਹ ਪ੍ਰੋਡਕਟ ਲਾਉਣਾ ਚਾਹੀਦਾ, ਆਹ ਲਾਉਣਾ ਚਾਹੀਦਾ, ਐਂਡ ਸਮਟਾਈਮਸ ਤੁਸੀਂ ਉਹ ਪ੍ਰੋਡਕਟ ਲਾ ਕੇ ਆਪਣਾ ਚਿਹਰਾ ਜਿਹੜਾ ਆ ਉਹ ਚੰਗਾ ਬਣਾਉਣ ਦੀ ਜਗ੍ਹਾ ਦੇ ਉੱਤੇ ਉਹਨੂੰ ਮਾੜਾ ਕਰ ਲੈਂਦੇ ਆ, ਕਿਉਂਕਿ ਹਰ ਰੋਜ਼ ਉਸ ਤਰ੍ਹਾਂ ਦੀ ਸਕਿਨ ਤੁਹਾਡੀ ਹੁੰਦੀ ਨਹੀਂ ਜਿੰਨੀ ਪ੍ਰੋਡਕਟ ਤੋਂ ਬਾਅਦ ਹੋ ਜਾਂਦੀ ਹੈ। ਕਿ ਬੇਬੀ ਸਕਿਨ ਤੋਂ ਜਦੋਂ ਤੁਸੀਂ ਵੱਡੇ ਹੁੰਦੇ ਆ ਤਾਂ ਉਹ ਸਕਿਨ ਜਿਹੜੀ ਉਹ ਤੁਹਾਡੀ ਡਿਫਰੈਂਟ ਹੋ ਜਾਂਦੀ ਹੈ। ਹੁਣ ਕਿਚਨ ਦੇ ਵਿੱਚ, ਜਿਵੇਂ ਤੁਸੀਂ ਕਹਿੰਦੇ ਨਾ ਲੈਟ ਫੂਡ ਬੀ ਯੂਰ ਮੈਡੀਸਨ, ਉਵੇਂ ਕਿਚਨ ਦੇ ਵਿੱਚੋਂ ਸਾਨੂੰ ਸਾਡੇ ਚਿਹਰੇ ਦੇ ਲਈ ਵੀ ਚੀਜ਼ਾਂ ਮਿਲ ਸਕਦੀਆਂ ਨੇ। ਕਿੰਨਾ ਈਜ਼ੀ ਕੰਮ ਹੈ, ਤੁਸੀਂ ਦੇਖੋ। ਇਹ ਸਭ ਤੋਂ ਸੌਖਾ ਤਰੀਕਾ ਹੈ, ਥੋੜਾ ਰਸਟਿਕ ਹੈ। ਅੱਜ ਕੱਲ੍ਹ ਫੈਸ਼ਨ ਦੀ ਦੁਨੀਆ ਵਿੱਚ ਅਸੀਂ ਬਹੁਤ ਈਜ਼ੀ ਔਰ ਪੈਸੇ ਖਰਚ ਕੇ ਸੌਖੀ ਚੀਜ਼ ਯੂਜ਼ ਕਰ ਲਈਏ ਤੇ ਉਹਦੇ 'ਚ ਜ਼ਿਆਦਾ ਯਕੀਨ ਕਰਨ ਲੱਗ ਗਏ ਹਾਂ। ਥੋੜੀ ਜਿਹੀ ਮਿਹਨਤ ਮੁਸ਼ੱਕਤ ਕਰ ਲਈਏ ਤੇ ਇਹ ਸੱਚੀ ਮੁੱਚੀ ਤੁਹਾਡੀ ਗੱਲ ਠੀਕ ਹੈ ਕਿ ਸਭ ਕੁਝ ਤੁਹਾਡੀ ਰਸੋਈ 'ਚ ਪਿਆ ਹੋਇਆ। ਬਿਲਕੁਲ। ਸੋ ਚਿਹਰਾ ਜਿਹੜਾ ਆ ਉਹ ਤੁਹਾਡਾ ਇੰਡੈਕਸ ਹੈ। ਹਰ ਕੋਈ ਪਹਿਲਾਂ ਤੁਹਾਡੇ ਚਿਹਰੇ ਨੂੰ ਦੇਖੇਗਾ ਔਰ ਚਿਹਰੇ ਤੋਂ ਗੱਲਬਾਤ ਤੋਂ ਤੇ ਬਾਅਦ 'ਚ ਪ੍ਰਭਾਵਿਤ ਹੋਏਗਾ, ਪਹਿਲਾਂ ਤੁਹਾਡੇ ਚਿਹਰੇ ਤੋਂ ਪ੍ਰਭਾਵਿਤ ਹੋਏਗਾ। ਤੇ ਜਦੋਂ ਵੀ ਕੁਝ ਔਡ ਅਪੀਅਰ ਹੁੰਦਾ ਚਿਹਰੇ ਤੋਂ, ਤੇ ਉਹ ਡੈਫੀਨੇਟਲੀ ਤੁਹਾਡੇ ਅੰਦਰ ਖਾਸ ਕਿਸਮ ਦੇ ਕੰਪਲੈਕਸਿਸ ਪੈਦਾ ਕਰਦੇ ਜਿਹੜੇ ਕਿ ਨਹੀਂ ਹੋਣੇ ਚਾਹੀਦੇ। ਸੋ ਇਸ ਕਰਕੇ ਚਿਹਰੇ ਦੀ ਖੂਬਸੂਰਤੀ, ਜਿਹਦੇ ਮੈਂ ਲੱਛਣ ਦੱਸਿਆ ਕਿ ਆਹ ਚੀਜ਼ਾਂ ਤੁਹਾਡੇ ਚਿਹਰੇ ਤੇ ਨਾ ਹੋਣ, ਉਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ। ਲੈਟ ਫੂਡ ਬੀ ਯੂਰ ਮੈਡੀਸਨ। ਅਗੇਨ ਅਸੀਂ ਫਿਰ ਉਹੀ ਕਿ ਰਸੋਈ ਦੇ ਵਿੱਚ ਹੀ ਉਹ ਸਾਰੀਆਂ ਚੀਜ਼ਾਂ ਨੇ। ਸਭ ਤੋਂ ਪਹਿਲਾਂ ਤੇ ਇਹ ਆ ਕਿ ਚਿਹਰੇ ਨੂੰ ਸਾਫ਼ ਕਰਨਾ ਪਏਗਾ। ਕੁਝ ਵੀ ਅਪਲਾਈ ਕਰਨ ਤੋਂ ਪਹਿਲਾਂ ਚਿਹਰੇ ਦੀਆਂ ਪੋਰਸ ਨੂੰ ਓਪਨ ਕਰਨਾ ਪਏਗਾ। ਪਹਿਲਾਂ ਪੁਰਾਣੇ ਜ਼ਮਾਨੇ 'ਚ ਲੋਕ ਕਰਦੇ ਸੀ ਕਿ ਉਹ ਸਟੀਮ ਲੈ ਲੈਂਦੇ ਸੀ, ਅੱਜ ਕੱਲ੍ਹ ਵੀ ਲੈਂਦੇ ਆ ਕਿ ਸਟੀਮ ਲੈ ਕੇ ਸਾਰੀਆਂ ਪੋਰਸ ਨੇ ਜਿਹੜੀਆਂ ਚਿਹਰੇ ਦੀਆਂ ਓਪਨ ਹੋ ਜਾਂਦੀਆਂ। ਪਰ ਇਹ ਉਸ ਤੋਂ ਵੀ ਸੌਖਾ ਤਰੀਕਾ ਹੈ ਕਿ 1 ਚਮਚ ਨਿੰਬੂ ਦਾ ਰਸ, 1 ਚਮਚ ਗੁਲਾਬ ਜਲ,
ਗੁਲਾਬ ਜਲ ਤੇ ਇਹ ਇੱਕੋ ਜਿਹੇ ਹੋਣੇ ਚਾਹੀਦੇ। ਇਹ ਤੁਹਾਡਾ ਲੋਸ਼ਨ ਤਿਆਰ ਹੋ ਗਿਆ ਜਿਹਦੇ ਨਾਲ ਤੁਸੀਂ ਚਿਹਰੇ ਦੀ ਸਫਾਈ ਕਰਨੀ ਹੈ। ਸੋ ਜੇ ਕਾਟਨ ਲੈ ਕੇ, ਸਰਜੀਕਲ ਕਾਟਨ ਜਿਹੜਾ ਕਿ ਘਰਾਂ ਦੇ ਵਿੱਚ ਹੁੰਦਾ ਹੀ ਹੈ, ਤੁਸੀਂ ਚਿਹਰੇ ਦੀਆਂ ਪੋਰਸ ਨੂੰ ਸਾਫ਼ ਕਰ ਲਓ। ਸਾਰੀ ਕਲਸ਼ ਮੈਲ ਉਤਰ ਜਾਏਗੀ, ਉਹਦੀਆਂ ਪੋਰਸ ਓਪਨ ਹੋ ਜਾਣਗੀਆਂ। ਬਹੁਤ ਵਾਰ ਅਸੀਂ ਕਹਿੰਦੇ ਹਾਂ ਬਲੈਕ ਹੈਡਸ, ਬਲੈਕ ਹੈਡਸ, ਬਲੈਕ ਹੈਡਸ। ਵਾਟ ਆਰ ਥੀਸ ਬਲੈਕ ਹੈਡਸ? ਜਿਹੜੀਆਂ ਚਿਹਰੇ ਦੀਆਂ ਪੋਰਸ ਨੇ, ਜਿਹੜੀਆਂ ਕਿ ਤੁਹਾਨੂੰ ਅੰਦਰ ਦੀ ਸਕਿਨ ਦੇ ਨਾਲ ਜੋੜਦੀਆਂ, ਉਹ ਪਲੱਗ ਹੋ ਜਾਣ। ਕਿਉਂਕਿ ਮਾਰਬਿਡ ਤਾਂ ਸਾਰੇ ਸਰੀਰ ਤੇ ਆਉਂਦਾ ਹੈ, ਰੋਜ਼ 24 ਘੰਟੇ 'ਚ ਆਪਣੇ ਆਪ ਇਹ ਸਰੀਰ ਦਾ ਪ੍ਰੋਸੈਸ ਹੈ। ਲੇਕਿਨ ਅਗਰ ਚਿਹਰੇ ਤੇ ਆ ਜਾਏ ਤੇ ਅਸੀਂ ਉਹਨੂੰ ਓਪਨ ਨਾ ਕਰੀਏ ਜਾਂ ਉਹਨੂੰ ਵਾਸ਼ ਅਵੇ ਨਾ ਕਰੀਏ ਤੇ ਉਹ ਅੱਗੋਂ ਹਾਰਡ ਹੋਣਾ ਸ਼ੁਰੂ ਹੋ ਜਾਂਦਾ ਔਰ ਪੋਰਸ ਦੇ ਅੱਗੇ ਉਹ ਕਾਲਾ ਜਿਹਾ ਕੁਝ ਆਉਣਾ ਸ਼ੁਰੂ ਹੋ ਜਾਂਦਾ ਹੈ। ਮਤਲਬ ਕਿ ਮਾਰਬਿਡ ਜਿਹੜਾ ਉਹ ਬਲੈਕਿਸ਼ ਦਿਸਦਾ ਹੈ ਔਰ ਜ਼ਿਆਦਾ ਸੰਘਣਾ ਹੋਣ ਕਰਕੇ ਫਿਰ ਚਿਹਰੇ ਦੇ ਉੱਤੇ, ਖਾਸ ਕਰਕੇ ਨੋਜ਼ ਤੇ ਜਾਂ ਕੁਝ ਇਹੋ ਜਿਹੇ ਏਰੀਆਜ਼ ਨੇ ਜਿਹਦੇ ਉੱਪਰ ਜ਼ਿਆਦਾ ਆਉਂਦਾ ਹੈ। ਸੋ ਉਹ ਪੋਰ ਜਿਨ੍ਹਾਂ ਦੇ ਵਿੱਚ ਮਾਰਬਿਡ ਪਲੱਗ ਹੋਇਆ ਹੈ, ਉਹ ਅਸੀਂ ਓਪਨ ਕਰਨਾ ਹੁੰਦਾ ਹੈ। ਜਦੋਂ ਓਪਨ ਹੋ ਜਾਂਦਾ ਹੈ ਦੈਨ ਆਵਰ ਫੇਸ, ਉਹ ਫੇਸ ਦਾ ਸਾਰਾ ਹਿੱਸਾ ਜਿਹੜਾ ਸਾਨੂੰ ਐਕਸਪੋਜ਼ ਹੁੰਦਾ ਹੈ, ਜਿਹੜਾ ਓਪਨ ਹੈ, ਉਹ ਸਾਰੇ ਦਾ ਸਾਰਾ ਸਾਨੂੰ ਗੁਲਾਬ ਜਲ ਤੇ ਨਿੰਬੂ ਦੇ ਰਸ ਦੇ ਨਾਲ ਵਾਸ਼ ਕਰ ਲੈਣਾ ਚਾਹੀਦਾ ਹੈ। ਜਦੋਂ ਪੋਰਸ ਓਪਨ ਹੋ ਗਈਆਂ ਫਿਰ ਤੁਸੀਂ ਕਰੀਮ ਤਿਆਰ ਕਰਨੀ ਆ, ਉਹ ਤੁਹਾਡੇ ਘਰ 'ਚੋਂ ਤਿਆਰ ਹੋਣੀ ਹੈ। ਪਹਿਲੀ ਚੀਜ਼ ਘਰ ਦਾ ਬਣਾਇਆ ਹੋਇਆ ਮੱਖਣ। ਹੁਣ ਬਾਜ਼ਾਰੀ ਮੱਖਣ ਕਿਉਂ ਨਹੀਂ? ਕਿਉਂਕਿ ਪੀਐਚ ਲੈਵਲ ਨਿਊਟਰਲ ਹੋਣਾ ਚਾਹੀਦਾ ਹੈ। ਜਦੋਂ ਮੱਖਣ ਖੱਟਾ ਹੋ ਜਾਂਦਾ ਜਾਂ ਪੁਰਾਣਾ ਬਣਿਆ ਹੁੰਦਾ ਹੈ, ਉਹਦਾ ਪੀਐਚ ਲੈਵਲ ਵਿਗੜ ਜਾਂਦਾ, ਉਹਦਾ ਐਸਿਡ ਤੇ ਅਲਕਲੀ ਦਾ ਨਿਊਟਰਲ ਇਫੈਕਟ ਜਿਹੜਾ ਉਹ ਚਲਾ ਜਾਂਦਾ ਹੈ, ਐਸਿਡਿਕ ਹੋ ਜਾਂਦਾ ਹੈ। ਸੋ ਇਸ ਕਰਕੇ ਘਰ ਦਾ ਬਣਾਇਆ ਹੋਇਆ ਤਾਜ਼ਾ ਮੱਖਣ, ਜਿਹੜਾ ਕਿ ਤੁਸੀਂ ਕਰੀਮ ਤੋਂ ਬਣਾ ਸਕਦੇ ਹੋ, ਮਲਾਈ ਤੋਂ ਬਣਾ ਸਕਦੇ ਹੋ। ਲੇਡੀਜ਼ ਨੂੰ ਅਕਸਰ ਪਤਾ ਹੁੰਦਾ ਹੈ ਕਿ ਮੱਖਣ ਕਿਵੇਂ ਬਣਾਉਣਾ। ਇਹਨਾਂ ਦੇਸ਼ਾਂ 'ਚ ਥੋੜਾ ਜਿਹਾ ਔਖਾ ਹੋ ਜਾਂਦਾ ਬਣਾਉਣਾ। ਬੇਸ਼ੱਕ ਕਰੀਮੋ ਮਿਲਦਾ ਹੈ, ਕਰੀਮ ਮਿਲਦੀ ਹੈ, ਉਹਦੇ ਨਾਲ ਤੁਸੀਂ ਜਾਗ ਲਾ ਕੇ ਬਣਾ ਸਕਦੇ ਹੋ। ਉਹ ਮੱਖਣ ਤੁਹਾਡੇ ਕੋਲ ਤਿਆਰ ਹੋ ਗਿਆ। ਥੋੜਾ ਸੌਫਟ ਹੁੰਦਾ, ਖਾਣ 'ਚ ਵੀ ਉਹਦਾ ਆਪਣਾ ਪੰਜਾਬੀ ਸਵਾਦ ਹੈ, ਜ਼ਰੂਰ ਉਹਦੀ ਵਰਤੋਂ ਕਰਨੀ ਚਾਹੀਦੀ ਹੈ। ਸੋ 1 ਚਮਚ ਘਰ ਦਾ ਬਣਾਇਆ ਹੋਇਆ ਮੱਖਣ, ਅੱਧਾ ਚਮਚ ਹਲਦੀ, 2 ਤੋਂ 3 ਵਿਟਾਮਿਨ ਈ ਦੇ ਕੈਪ ਜੈਲਸ, ਜਿਹਨੂੰ ਅਸੀਂ ਕੈਪਸੂਲ ਵੀ ਕਹਿ ਦਿੰਦੇ ਹਾਂ। ਕੈਪ ਜੈਲ ਦਾ ਮਤਲਬ ਹੈ ਕਿ ਉਹਦੇ 'ਚ ਤੇਲ ਹੁੰਦਾ ਹੈ, ਇਸ ਕਰਕੇ ਅਸੀਂ ਕੈਪ ਜੈਲ ਕਹਿੰਦੇ ਨੇ। ਔਰ 400 ਤੋਂ 600 ਮਿਲੀਗ੍ਰਾਮ ਦੇ 2-3 ਕੈਪ ਜੈਲਸ ਤੋੜ ਕੇ ਉਹਦੇ ਵਿੱਚ ਪਾ ਕੇ ਇਹਨੂੰ ਮਿਕਸ ਐਂਡ ਮੈਸ਼ ਕਰ ਲਓ। ਤੁਹਾਡੀ ਕਰੀਮ ਤਿਆਰ ਹੋ ਗਈ ਹੈ, ਜਿਹੜੀ ਕਿ ਤੁਸੀਂ ਫੇਸ ਤੇ ਅਪਲਾਈ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਚਿਹਰਾ ਸਾਫ਼ ਕਰਨ ਤੋਂ ਬਾਅਦ ਇਹ ਕਰੀਮ ਨੂੰ ਅਪਲਾਈ ਕਰੋਗੇ, ਜਿਹਦੀਆਂ ਸਪੈਸੀਫਿਕ ਟੈਕਨੀਕਸ ਨੇ। ਉਸ ਟੈਕਨੀਕਸ ਦੇ ਨਾਲ ਮਸਾਜ ਕਰਨੀ ਹੈ, ਜਿਹੜੀ 5 ਤੋਂ 10 ਮਿੰਟ ਮਸਾਜ ਕਰੋਗੇ। ਜੀ ਜੀ, ਕਿਉਂਕਿ ਇਹਦੇ 'ਚ ਹਲਦੀ ਬਣੀ ਹੋਈ ਹੈ, ਹਲਦੀ ਪਈ ਹੋਈ ਹੈ। ਇਹਦਾ ਰੰਗ ਸ਼ਰਟ ਸਿਮਿਲਰ ਰੱਖਣੀ ਹੈ। ਰੋਜ਼ ਤੁਸੀਂ ਇਹਦੀ ਵਰਤੋਂ ਕਰਨੀ ਹੈ। 2 ਵਾਰ ਕਰ ਸਕੋ ਤੇ ਹੋਰ ਚੰਗਾ, ਨਹੀਂ ਤੇ 1 ਵਾਰ ਤਾਂ ਜ਼ਰੂਰ ਕਰੋ ਜੀ। ਔਰ ਜਦੋਂ ਤੁਸੀਂ ਮਸਾਜ ਕਰ ਲਓਗੇ ਉਸ ਤੋਂ ਬਾਅਦ 10 ਮਿੰਟ ਇਹਨੂੰ ਐਸਾ ਚ ਰਹਿਣ ਦਿਓ। ਫਿਰ ਇਹਨੂੰ ਗਰਮ ਪਾਣੀ ਦੇ ਨਾਲ ਵਾਸ਼ ਕਰ ਲਓ, ਤੁਸੀਂ ਸ਼ਾਵਰ ਲੈ ਸਕਦੇ ਹੋ। ਸਾਫ਼ ਹੋ ਗਿਆ। ਤੁਸੀਂ 3 ਦਿਨਾਂ ਤੋਂ ਬਾਅਦ ਇਹ ਨੋਟ ਕਰੋਗੇ ਕਿ ਇੱਕ ਮਿਰੈਕਲਸ ਚੇਂਜ ਤੁਹਾਡੇ ਫੇਸ ਤੇ ਆ ਗਈ ਹੈ। ਉਹ ਚੇਂਜ ਕੀ ਆ? ਗਲੋ। ਉਹ ਚੇਂਜ ਕੀ ਆ? ਜਿਹੜੀਆਂ ਪਿਗਮੈਂਟੇਸ਼ਨ ਸੀ ਉਹ ਵੈਨਿਸ਼ ਹੋਣੀਆਂ ਸ਼ੁਰੂ ਹੋ। ਰੰਗ ਜਿਹੜਾ ਮਰਜ਼ੀ ਹੋਵੇ, ਗਲੋ ਹੋਣੀ ਚਾਹੀਦੀ ਹੈ। ਬਿਲਕੁਲ। ਸੋ ਜਦੋਂ ਗਲੋ ਵਾਪਸ ਆ ਜਾਂਦੀ ਹੈ, ਫਿਰ ਤੁਸੀਂ ਜਦੋਂ ਆਪ ਸ਼ੀਸ਼ੇ 'ਚ ਦੇਖਦੇ ਹੋ ਤੇ ਤੁਹਾਨੂੰ ਜ਼ਿਆਦਾ ਕੌਨਫੀਡੈਂਸ ਬਣ ਜਾਂਦਾ ਹੈ। ਅੱਜ ਕੱਲ੍ਹ ਅਸੀਂ ਪਾਰਟੀਜ਼ ਤੇ ਜਾਣਾ ਹੁੰਦਾ ਹੈ, ਫੰਕਸ਼ਨਸ ਤੇ ਜਾਣਾ ਹੁੰਦਾ ਹੈ, ਕਿਸੇ ਵੇਲੇ ਅਸੀਂ ਬਾਹਰ ਜਾਂਦੇ ਹਾਂ ਤੇ ਅਸੀਂ ਪੈਟਰੋਲੀਅਮ ਬੇਸਡ ਕੈਮੀਕਲਸ ਯੂਜ਼ ਕਰਦੇ ਹਾਂ ਤਾਂ ਕਿ ਫੇਸ ਨੂੰ ਮੈਨੇਜ ਕੀਤਾ ਜਾ ਸਕੇ ਜੀ। ਮੈਂ ਇਹ ਚਾਹਾਂਗਾ, ਇਹ ਸੁਜੈਸਟ ਕਰਾਂਗਾ ਕਿ ਜਿੰਨਾ ਥੋੜਾ ਸਮਾਂ ਤੁਸੀਂ ਇਹਦੀ ਐਪਲੀਕੇਸ਼ਨ ਰਹਿਣ ਦਿਓ ਉਨਾ ਚੰਗਾ। ਸਭ ਤੋਂ ਪਹਿਲਾਂ ਘਰ ਆਉਂਦਿਆਂ ਹੀ ਇਹਨੂੰ ਵਾਸ਼ ਕਰੋ। ਵਾਸ਼ ਕਰਨ ਤੋਂ ਬਾਅਦ ਆਪਣਾ ਬਣਾਇਆ ਹੋਇਆ ਜਿਹੜਾ ਲੋਸ਼ਨ ਹੈ ਉਹਦੇ ਨਾਲ ਸਾਫ਼ ਕਰਕੇ, ਇਹਦੀ ਮਸਾਜ ਕਰਕੇ 10 ਮਿੰਟ ਬਾਅਦ ਉਹਨੂੰ ਵਾਸ਼ ਕਰ ਦਿਓ। ਯੂਅਰ ਫੇਸ ਇਜ਼ ਪ੍ਰੋਟੈਕਟਡ ਜੀ। ਅਗਰ ਅਸੀਂ ਇਸ ਤਰ੍ਹਾਂ ਕਰਾਂਗੇ ਤੇ ਅਸੀਂ ਆਪਣੇ ਚਿਹਰੇ ਦੀ ਗਲੋ ਨੂੰ ਨਹੀਂ ਵਧਾਵਾਂਗੇ, ਪਰ ਜਿਹੜਾ ਬੇਸਿਕ ਇੱਕ ਟੈਕਸਚਰ ਹੈ ਸਕਿਨ ਦਾ, ਉਹ ਬਹੁਤ ਹੈਲਦੀ ਹੋ ਜਾਏਗਾ ਜੀ ਜੀ। ਬਹੁਤ ਵਾਰੀ ਲਿਪਸ ਦੇ ਵਿੱਚ ਕ੍ਰੈਕਸ ਆ ਜਾਂਦੇ ਆ, ਐਕਸਟ੍ਰੀਮ ਕਲਾਈਮੇਟਿਕ ਕੰਡੀਸ਼ਨਸ ਹੁੰਦੀਆਂ, ਜਾਂ ਬਹੁਤ ਵਾਰੀ ਬਾਡੀ ਐਸਿਡਿਕ ਹੁੰਦੀ ਹੈ ਜਿਹਦੇ ਕਰਕੇ ਸਾਡੇ ਲਿਪਸ ਤੇ ਕ੍ਰੈਕਸ ਆ ਜਾਂਦੇ ਆ। ਕਿਉਂਕਿ ਐਸਿਡ ਹੈ ਜਿਹੜਾ ਇਹ ਖੁਸ਼ਕ ਹੁੰਦਾ ਹੈ। ਇਸ ਵੇਲੇ 90% ਪ੍ਰੋਬਲਮ ਇਹ ਆ ਰਹੀਆਂ ਕਿ ਸਾਡੀ ਬਾਡੀ ਦਾ ਐਸਿਡ ਤੇ ਅਲਕਲੀ ਦਾ ਤਵਾਜ਼ਨ ਜਾਂ ਇਕੁਇਲਿਬਰੀਅਮ ਟੁੱਟਾ ਹੋਇਆ।
ਐਸਿਡਿਕ ਚੀਜ਼ਾਂ ਜ਼ਿਆਦਾ ਨੇ, ਸਾਡੀ ਬਾਡੀ ਖੁਦ ਵੀ ਐਸਿਡ ਬਣਾਉਂਦੀ ਹੈ, ਉਹ ਸਾਡੇ ਕੋਲ ਮੈਨੇਜ ਨਹੀਂ ਹੋ, ਜਿਹਦੇ ਕਰਕੇ ਗਲੇ 'ਚ ਦਰਦ ਹੋ ਜਾਏਗੀ, ਖਾਂਸੀ ਹੋ ਜਾਏਗੀ, ਸਨੀਜ਼ਿੰਗ ਆ ਜਾਣਗੀਆਂ, ਲਿਪਸ ਨੇ ਜਿਹੜੇ ਉਹਨਾਂ ਤੇ ਕ੍ਰੈਕਸ ਆਉਣੇ ਸ਼ੁਰੂ ਹੋ ਜਾਣਗੇ, ਜਾਂ ਬਾਡੀ ਦੇ ਬਾਕੀ ਦੇ ਫਲੂਇਡ, ਚਾਹੇ ਉਹ ਸਾਡੇ ਜੁਆਇੰਟਸ ਵਿੱਚ ਹੋਣ, ਈਵਨ ਇੱਥੋਂ ਤੱਕ ਕਿ ਡੋਪਾਮਾਈਨ ਟਾਈਪ ਜਿਹੜੇ ਸਾਡੇ ਬ੍ਰੇਨ ਦੇ ਵਿੱਚ ਮੈਮਰੀ, ਜ਼ਿਆਦਾ ਐਸਿਡਿਕ ਬਾਡੀ ਹੋਣ ਕਰਕੇ ਉਹ ਵੀ ਉਮਰ ਤੋਂ ਪਹਿਲਾਂ ਡਰਾਈ ਹੋਣੇ ਸ਼ੁਰੂ ਹੋ ਜਾਂਦੇ, ਜਿਨ੍ਹਾਂ ਦੇ ਨਾਲ ਕਈ ਤਰ੍ਹਾਂ ਦੀਆਂ ਜਿਹੜੀਆਂ ਦਿਮਾਗੀ ਬਿਮਾਰੀਆਂ, ਮਾਨਸਿਕ ਬਿਮਾਰੀਆਂ ਸਾਨੂੰ ਆ ਘੇਰਦੀਆਂ। ਸੋ ਬਾਡੀ ਦੇ ਵਿੱਚ ਐਸਿਡ ਤੇ ਅਲਕਲੀ ਦਾ ਤਵਾਜ਼ਨ ਜਿਹੜਾ ਹੈ ਉਹ ਮੇਨਟੇਨਡ ਰਹਿਣਾ ਚਾਹੀਦਾ ਹੈ। ਸੋ ਇਸ ਕਰਕੇ ਲਿਪਸ ਦੇ ਕ੍ਰੈਕ ਆਉਣ ਦਾ ਮਤਲਬ ਇਹ ਆ ਕਿ ਬਾਡੀ ਐਸਿਡਿਕ ਹੈ। ਜਾਂ ਬਹੁਤ ਵਾਰੀ ਤੁਹਾਡੇ ਹੱਥਾਂ ਦੇ ਟਿਪਸ ਕ੍ਰੈਕਸ ਆ ਜਾਂਦੇ ਆ, ਤੁਹਾਡੀਆਂ ਅੱਡੀਆਂ ਤੇ ਕ੍ਰੈਕਸ ਆ ਜਾਂਦੇ ਆ। ਜਿੱਥੇ ਵੀ ਕਿਤੇ ਕ੍ਰੈਕ ਆਉਂਦੇ ਆ ਉੱਥੇ ਤੁਸੀਂ ਉਹੀ ਮੱਖਣ, ਹਲਦੀ ਤੇ ਵਿਟਾਮਿਨ ਈ ਵਾਲੀ ਬਣਾਈ ਕਰੀਮ ਹੈ ਜਿਹੜਾ, ਉਹਨੂੰ ਅਪਲਾਈ ਕਰਕੇ ਰੱਖੋ। ਕੋਸ਼ਿਸ਼ ਕਰੋ ਉਹ 12 ਘੰਟੇ ਲੱਗੀ ਰਹੇ, ਸਵੇਰੇ ਉਹਨੂੰ ਵਾਸ਼ ਕਰ ਲਓ, ਰੋਜ਼ ਉਹਦੀ ਵਰਤੋਂ ਕਰੋ, ਤੁਹਾਨੂੰ ਇਹੋ ਜਿਹੀ ਪ੍ਰੋਬਲਮ ਜ਼ਿੰਦਗੀ ਭਰ ਨਹੀਂ ਆਏਗੀ ਔਰ ਤੁਹਾਡੀ ਸਕਿਨ ਜਿਹੜੀ ਆ ਉਹ ਤੰਦਰੁਸਤ ਰਹੇਗੀ। ਡਾਕਟਰ ਸਾਹਿਬ, ਅਸੀਂ ਕਈ ਵਾਰੀ ਰੋਜ਼ ਵਾਟਰ ਦੀ ਗੱਲ ਕਰਦੇ ਹਾਂ ਤੇ ਕਈ ਕਹਿ ਦਿੰਦੇ ਆ ਕਿ ਰੋਜ਼ ਵਾਟਰ ਅਪਲਾਈ ਕਰਨ ਦੇ ਨਾਲ ਸਾਡੇ ਪਿੰਪਲਸ ਜਿਹੜੇ ਉਹ ਜ਼ਿਆਦਾ ਹੋ ਜਾਂਦੇ ਆ ਜਾਂ ਜ਼ਿਆਦਾ ਹੋ ਜਾਂਦੇ ਆ, ਇਹ ਪ੍ਰੋਬਲਮ ਰੋਜ਼ ਵਾਟਰ ਨਾਲ ਆ ਸਕਦੀ ਹੈ? ਜਾਂ ਕਈ ਵਾਰੀ ਕਈ ਲੋਕ ਮੁਲਤਾਨੀ ਮਿੱਟੀ ਦੇ ਵਿੱਚ ਰੋਜ਼ ਵਾਟਰ ਲਾ ਕੇ ਲਾ ਦਿੰਦੇ ਆ, ਤੇ ਮੈਂ ਕਿਸੇ ਨੂੰ ਜਾਣਦੀ ਹਾਂ, ਉਹ ਕਹਿੰਦੇ ਆ ਕਿ ਜੇ ਮੈਂ ਉਹਦੇ ਵਿੱਚ ਹਨੀ ਪਾ ਕੇ ਲਾ ਲਵਾਂ ਤਾਂ ਠੀਕ ਰਹਿੰਦੀ ਆ, ਪਰ ਜੇ ਮੈਂ ਰੋਜ਼ ਵਾਟਰ ਪਾ ਲਾਂ ਤਾਂ ਮੇਰੇ ਮੂੰਹ ਦੇ ਉੱਤੇ ਹੋਰ ਪਿੰਪਲਸ ਹੋ ਜਾਂਦੀਆਂ ਨੇ। ਕੀ ਕਾਰਨ ਹੋ ਸਕਦਾ? ਡਿਪੈਂਡ ਕਰਦਾ ਹੈ ਕਿ ਰੋਜ਼ ਵਾਟਰ ਠੀਕ ਹੈ ਕਿਸ ਤਰ੍ਹਾਂ ਦਾ। ਸੋ ਇਸ ਕਰਕੇ ਸਟੈਂਡਰਡਾਈਜ਼ ਅੱਛੀ ਕੰਪਨੀ ਦਾ ਅੱਛੀ ਜਗ੍ਹਾ ਤੋਂ ਪਰਚੇਜ਼ ਕਰੋਗੇ। ਸਸਤਾ ਨਾ ਹੋਵੇ, ਪਤਾ ਨਹੀਂ ਉਹਨੇ ਕੀ ਬਣਾ ਕੇ ਦੇਤਾ ਹੈ, ਉਹਦੇ ਵਿੱਚ ਆਰਟੀਫੀਸ਼ੀਅਲ ਇਸੈਂਸ ਪਾ ਕੇ ਤੇ ਨਹੀਂ ਬਣਾਤਾ, ਉਹਦੀ ਖੁਸ਼ਬੂ ਪਾਈ ਹੋਈ ਹੈ, ਕੁਝ ਵੀ ਨਹੀਂ ਹੈਗਾ, ਉੱਥੇ ਸਾਨੂੰ ਮੁਸ਼ਕਿਲ ਆ ਜਾਂਦੀ ਹੈ। ਜਿੱਥੇ ਅਡਲਟ੍ਰੇਸ਼ਨਸ ਆਉਂਦੀਆਂ ਨੇ ਉੱਥੇ ਸਾਨੂੰ ਹਰ ਜਗ੍ਹਾ ਤੇ ਮੁਸ਼ਕਿਲ ਆਉਂਦੀ ਹੈ। ਅਦਰਵਾਈਜ਼ ਗੁਲਾਬ ਨਹੀਂ, ਗੁਲਾਬ ਦੀ ਖੁਸ਼ਬੂ, ਗੁਲਾਬ ਦਾ ਇਫੈਕਟ, ਈਵਨ ਓਰਲ ਐਡਮਿਨਿਸਟ੍ਰੇਸ਼ਨ ਸੀ ਬਹੁਤ ਵਾਰੀ ਡਾਈਜੈਸ਼ਨ ਵਾਸਤੇ, ਕੌਨਸਟੀਪੇਸ਼ਨ ਵਾਸਤੇ ਜਿਹੜੀਆਂ ਅਸੀਂ ਦਵਾਈਆਂ ਬਣਾਉਂਦੇ ਹਾਂ ਉਹਦੇ 'ਚ ਵੀ ਗੁਲਾਬ ਪੱਤੀ ਪੈਂਦੀ ਹੈ। ਲੇਕਿਨ ਇਹ ਦੇਖੋ ਕਿ ਗੁਲਾਬ ਉਹ ਦੇਸੀ ਪੁਰਾਣਾ ਕਿ ਜਾਂ ਗੁਲਾਬ ਦੀਆਂ ਤੇ ਅੱਜ ਬਹੁਤ ਕਿਸਮਾਂ ਆ ਚੁੱਕੀਆਂ ਹੋਈਆਂ। ਸੋ ਇਸ ਕਰਕੇ ਇਹ ਹੈ ਕਿ ਗੁਲਾਬ ਉਹੀ ਦੇਸੀ ਗੁਲਾਬ ਦਾ ਜਿਹੜਾ ਅਸੀਂ ਅਰਕ ਕੱਢਦੇ ਹਾਂ, ਜਿਹੜਾ ਅਸੀਂ ਜਲ ਬਣਾਉਂਦੇ ਹਾਂ, ਉਹ ਓਰੀਜਨਲ ਹੋਵੇ, ਉਹਦੇ ਨਾਲ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ। ਪਰ ਇੱਥੇ ਜਿਹੜਾ ਮੈਂ ਦੱਸਿਆ ਨਾ ਕਿ ਐਸਿਡ ਤੇ ਅਲਕਲੀ ਦਾ ਤਵਾਜ਼ਨ, ਹਾਂਜੀ, ਸਕਿਨ ਨੂੰ ਜੇ ਕੇਅਰ ਕਰਨਾ ਹੈ ਤੇ ਪਹਿਲੀ ਗੱਲ ਇਹ ਆ ਕਿ ਤੁਹਾਡੀ ਬਾਡੀ ਦਾ ਐਸਿਡ ਤੇ ਅਲਕਲੀ ਦਾ ਇਕੁਇਲਿਬ੍ਰੀਅਮ ਮੇਨਟੇਨ ਰਵੇ। ਐਸਿਡ ਨਾ ਬਣੇ ਉਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਐਸਿਡ, ਹਾਈਡਰੋਕਲੋਰਿਕ ਐਸਿਡ, ਜਿਹਨੂੰ ਅਸੀਂ ਜਠਰ ਅਗਨੀ ਕਹਿੰਦੇ, ਜਠਰ ਜੇਠ ਤੋਂ ਬਣਿਆ, ਜੇਠ ਮੀਨਸ ਵੱਡਾ। ਜਦੋਂ ਵੀ ਅਸੀਂ ਫੂਡ ਖਾਂਦੇ ਆ ਤੇ ਤੁਹਾਡੇ ਪੇਟ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਐਸਿਡ ਸਟੋਮਿਕ ਦੇ ਵਿੱਚ ਊਜ਼ ਕਰਦਾ ਹੈ। ਉਹਦਾ ਕੰਮ ਇਹ ਹੈ ਕਿ ਤੁਹਾਡੇ ਖਾਦੇ ਹੋਏ ਫੂਡ ਨੂੰ ਗਾਲਣਾ। ਜੇ ਤੁਸੀਂ ਪ੍ਰੋਪਰ ਚਬਾ ਕੇ ਖਾਦਾ ਸੀ ਤੇ ਫਿਰ ਤੇ ਐਸਿਡ ਜ਼ਿਆਦਾ ਨਹੀਂ ਹੈਗਾ। ਕਈ ਵਾਰ ਅਸੀਂ ਨਾਲੇ ਗੱਲਾਂ ਕਰੀ ਜਾਂਦੇ ਨਾਲੇ ਅਸੀਂ ਨਿਗਲੀ ਜਾਂਦੇ ਹਾਂ, ਉੱਥੇ ਐਸਿਡ ਜ਼ਿਆਦਾ ਊਜ਼ ਹੋਏਗਾ। ਮੈਂ ਦੱਸਣਾ ਇਹ ਚਾਹ ਰਿਹਾ ਕਿ ਖਾਣ ਦੇ ਵੀ ਤਰੀਕੇ ਹੁੰਦੇ ਆ। ਸੋ ਰੱਬ ਨੇ ਸਾਨੂੰ ਦੰਦ ਦਿੱਤੇ ਆ, ਇਹ ਗ੍ਰਾਈਂਡਿੰਗ ਮਸ਼ੀਨ ਹੈ, ਸਾਨੂੰ ਚੰਗੀ ਤਰ੍ਹਾਂ ਚਿੱਥ ਕੇ ਚਬਾ ਕੇ ਪੂਰੇ ਟਾਈਮ ਦੇ ਨਾਲ ਖਾਣਾ ਚਾਹੀਦਾ, ਨਾ ਕਿ ਸਾਨੂੰ ਐਨਗਲਫ ਕਰਨਾ ਚਾਹੀਦਾ, ਸਿੱਧਾ ਅੰਦਰ ਸੁੱਟ ਲੈਣਾ ਚਾਹੀਦਾ, ਉਹਦੇ ਨਾਲ ਐਸਿਡ ਜ਼ਿਆਦਾ ਬਣੇਗਾ। ਦੂਸਰੀ ਚੀਜ਼ ਹੈ ਕਿ ਐਸਿਡਿਕ ਚੀਜ਼ਾਂ ਜਿਵੇਂ ਜ਼ਿਆਦਾ ਤਲੀਆਂ, ਚਾਹੇ ਸ਼ੈਲੋ ਫਰਾਈ ਹੋਵੇ ਜਾਂ ਡੀਪ ਫਰਾਈ ਹੋਵੇ, ਜਾਂ ਬਹੁਤ ਸਾਰੀਆਂ ਐਸਿਡ ਵਰਧਕ ਫੂਡ ਨੇ ਜਿਹਦੇ ਵਿੱਚ ਹਰੀ ਮਿਰਚ ਹੋ ਗਈ, ਲਾਲ ਮਿਰਚ ਹੋ ਗਈ, ਚਾਹ ਜ਼ਿਆਦਾ ਹੋ ਗਈ, ਕੌਫੀ ਹੋ ਗਈ। ਅੱਜ ਦੁਨੀਆ ਦੇ ਵਿੱਚ ਕੀ ਵਰਤਾਰਾ ਚੱਲ ਰਿਹਾ, ਸਵੇਰੇ ਉੱਠ ਕੇ ਬਹੁਤ ਸਾਰੇ ਲੋਕ, ਵੈਸਟਰਨ ਹੈਮਸਫੀਅਰ ਦੀ ਗੱਲ ਕਰਾਂਗਾ, 2-2 ਲੀਟਰ ਤਾਂ ਸਵੇਰੇ ਕੌਫੀ ਪੀ ਜਾਂਦੇ ਜੀ। ਉਸ ਤੋਂ ਬਾਅਦ ਅਸੀਂ ਲੋਕ ਵੀ ਪਹਿਲਾਂ ਜਿੰਨੀ ਦੇਰ ਤੱਕ ਤੱਤੀ ਸੜਦੀ ਅਸੀਂ ਚਾਹ ਨਹੀਂ ਪੀ ਲੈਂਦੇ, ਉਨੀ ਦੇਰ ਤੱਕ ਸਾਡੀਆਂ ਅੱਖਾਂ ਨਹੀਂ ਖੁੱਲਦੀਆਂ। ਉਹ ਹਾਈਲੀ ਐਸਿਡਿਕ ਹੈ। ਜਿਹੜੀ ਅਸੀਂ ਪੁਰਾਣੀ ਚਾਹ ਪੀਂਦੇ ਹੁੰਦੇ ਸਾਂ, ਜਾਂ ਜਦੋਂ ਗੋਰਿਆਂ ਨੇ ਇੰਟਰੋਡਿਊਸ ਕੀਤੀ, ਉਹ ਹੁੰਦਾ ਸੀ ਬਰਿਊ ਕਰਕੇ ਚਾਹ ਪੀਣੀ, ਬੋਇਲ ਕਰਕੇ ਨਹੀਂ। ਅੱਜ ਵੀ ਅਸੀਂ ਜੇ ਚਾਹ ਨੂੰ ਬੋਇਲ ਕਰਾਂਗੇ ਤੇ ਉਹ ਐਸਿਡਿਕ ਹੋ ਜਾਏਗੀ, ਜੇ ਬਰਿਊ ਕਰਾਂਗੇ ਤੇ ਉਹ ਘੱਟ ਐਸਿਡਿਕ ਹੋਏਗੀ। ਸੋ ਇਸ ਕਰਕੇ ਬਰਿਊ ਕਰਨ ਦਾ ਮਤਲਬ ਹੁੰਦਾ ਹੈ ਕਿ ਤੱਤੇ ਪਾਣੀ ਦੇ ਵਿੱਚ ਤੁਸੀਂ ਪੱਤੀ ਸੁੱਟ ਦਿਓ, ਉਹਨੂੰ ਪਈ ਰਹਿਣ ਦਿਓ, ਉਬਾਲੋ ਨਾ, ਫਿਰ ਹਲਕਾ ਜਿਹਾ ਦੁੱਧ ਪਾ ਲਓ, ਹਲਕਾ ਜਿਹਾ ਮਿੱਠਾ ਪਾ ਲਓ, ਚਾਹ ਤਿਆਰ ਹੈ। ਤੁਹਾਨੂੰ ਚਾਹ ਦਾ ਸਵਾਦ ਵੀ ਚੰਗਾ ਆਏਗਾ ਜੇ ਤੁਸੀਂ ਬੋਇਲ ਨਹੀਂ ਕੀਤਾ ਹੋਇਆ। ਲੇਕਿਨ ਸਾਨੂੰ ਕਾੜਾ ਪੀਣ ਦੀ ਆਦਤ ਹੈ, ਸੋ ਉਹ ਕਾੜੇ ਤੋਂ ਬਗੈਰ ਤਾਂ ਗੁਜ਼ਾਰਾ ਨਹੀਂ ਹੁੰਦਾ।
ਪੁਰਾਣੇ ਮੈਨੂੰ ਯਾਦ ਹੈ ਅਸੀਂ ਨਿੱਕਿਆਂ ਹੁੰਦਿਆਂ ਚਾਹ ਨੂੰ ਬਹੁਤ ਮਾੜਾ ਕਹਿੰਦੇ ਸੀ ਕਿ ਜਿਹੜੇ ਚਾਹ ਦੇ ਸ਼ੌਕੀਨ ਵੇਚ ਬਹਿੰਦੇ ਨੇ ਜ਼ਮੀਨ ਸਣੇ ਤੂਤ ਟਾਲੀਆਂ ਕਿੱਥੋਂ ਪੇਸ਼ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ। ਜਿਹੜੇ ਚਾਹ ਦੇ ਪਿਆਰੇ ਵੇਚ ਬਹਿੰਦੇ ਨੇ ਚਬਾਰੇ ਸਣੇ ਬੂਹੇ ਬਾਰੀਆਂ ਕਿੱਥੋਂ ਪੇਸ਼ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ। ਅਸੀਂ ਮਜ਼ਾਕ ਕਰਦੇ ਹੁੰਦੇ ਸੀ। ਜਿਹੜੇ ਘਰ 'ਚ ਚਾਹ ਬਣਦੀ ਹੁੰਦੀ ਸੀ ਉਹਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਲੇਕਿਨ ਹੋਇਆ ਕੀ ਕਿ ਅਸੀਂ ਦੁੱਧ ਵੇਚ ਕੇ ਸਿਟੀ 'ਚ ਲੈ ਜਾਣਾ ਡੋਣੀਆਂ ਭਰ ਕੇ, ਉੱਥੋਂ ਖੱਲ ਲੈ ਆਉਣੀਆਂ ਤੇ ਉੱਥੋਂ ਚਾਹ ਤੇ ਪੱਤੀ ਲੈ ਆਉਣੀਆਂ। ਸੋ ਦੁੱਧ ਵੇਚ ਕੇ ਚਾਹ ਪੀਣ ਦਾ ਵਰਤਾਰਾ ਇਹ ਪਿਛਲੇ 50 ਸਾਲਾਂ ਦੇ ਵਿੱਚ ਸਾਡੇ ਕੋਲ ਸਾਹਮਣੇ ਆਇਆ, ਪਹਿਲਾਂ ਨਹੀਂ ਸੀ ਹੁੰਦਾ। ਐਨੀ ਹਾਓ ਹੁਣ ਸਾਡੀ ਕੰਡੀਸ਼ਨਿੰਗ ਇਹੋ ਜਿਹੀ ਹੋ ਗਈ ਹੈ, ਸਾਡੇ ਟੇਸਟ ਬਡਸ ਨੇ ਜਿਹੜੇ ਉਹਨੂੰ ਐਸਾ ਕੰਡੀਸ਼ਨ ਹੋ ਗਏ ਨੇ, ਜਿੰਨੀ ਦੇਰ ਤੱਕ ਸਾਨੂੰ ਤੱਤਾ ਸਵਾਦ ਅੰਦਰ ਨਹੀਂ ਜਾਂਦਾ ਉਨੀ ਦੇਰ ਤੱਕ ਸਾਡੀਆਂ ਅੱਖਾਂ ਨਹੀਂ ਖੁੱਲਦੀਆਂ। ਹੈ ਤੇ ਕੁਛ ਨਹੀਂ, ਕੁੱਲ ਮਿਲਾ ਕੇ ਤੇ ਕੈਫੀਨ ਹੈ, ਕੁੱਲ ਮਿਲਾ ਕੇ ਤੇ ਹੌਟ ਟੈਂਪਰੇਚਰ ਹੈ, ਉਹਦੇ ਨਾਲ ਸਾਨੂੰ ਥੋੜੀ ਸਟਿਮੂਲੇਸ਼ਨ ਮਿਲ ਜਾਂਦੀ ਹੈ। ਸੋ ਇਹੀ ਸਟਿਮੂਲੇਸ਼ਨ ਅਸੀਂ ਦੁੱਧ ਤੋਂ ਵੀ ਲੈ ਸਕਦੇ ਹਾਂ, ਹੋਰ ਗਰਮ ਪਦਾਰਥਾਂ ਤੋਂ ਲੈ ਸਕਦੇ ਹਾਂ, ਜੇ ਅਸੀਂ ਚਾਹ ਤੋਂ ਗੁਰੇਜ਼ ਕਰੀਏ। ਕਿਉਂਕਿ ਮੈਂ ਸਾਰੀ ਉਮਰ ਚਾਹ ਨਹੀਂ ਪੀਤੀ ਸੀਗੀ, ਇਸ ਕਰਕੇ ਮੈਂ ਤੇ ਚਾਹਾਂਗਾ ਕਿ ਇਹਦੇ ਤੋਂ ਬਚਿਆ ਜਾਵੇ। ਮੈਂ ਤੇ ਗਰਮ ਜਲ ਦਾ ਵੀ ਬੜਾ ਪ੍ਰਚਾਰ ਕੀਤਾ ਹੈ, ਔਰ ਕਿਸੇ ਦਿਨ ਅਸੀਂ ਉਹ ਫਾਰਮੂਲੇਸ਼ਨ ਲਿਖਾ ਹੀ ਦੇਵਾਂਗੇ ਕਿ ਉਹ ਗਰਮ ਜਲ ਉਹਦੇ 'ਚ 10 ਚੀਜ਼ਾਂ ਨੇ, ਆਪ ਤਿਆਰ ਕਰ ਲਓ। ਪੱਤੀ ਦੀ ਜਗ੍ਹਾ ਤੇ ਤੁਸੀਂ ਉਹਨੂੰ ਪਾ ਲਓ, ਭਾਵੇਂ ਦੁੱਧ 'ਚ ਪਾ ਲਓ, ਭਾਵੇਂ ਉਹਨੂੰ ਕਾੜਾ ਬਣਾ ਕੇ ਡਿਕੌਕਸ਼ਨ ਬਣਾ ਕੇ ਪੀ ਲਓ। ਉਹ ਸਿਹਤ ਵਾਸਤੇ ਵੀ ਬਹੁਤ ਹੀ ਮੁਫੀਦ ਹੈ, ਔਰ ਨਾਲ ਦੀ ਨਾਲ ਤੁਹਾਡਾ ਚਾਹ ਤੋਂ ਜਿਹੜਾ ਉਹ ਛੁਟਕਾਰਾ ਹੋ ਜਾਂਦਾ ਹੈ। ਸੋ ਇਸ ਕਰਕੇ ਚਮੜੀ ਦੀ ਗੱਲ ਕਰਦਿਆਂ ਜਦੋਂ ਅਸੀਂ ਗੱਲ ਕਰਨੀ ਹੈ ਤੇ ਵਿਟਾਮਿਨ ਸੀ ਦਾ ਬਹੁਤ ਖਿਆਲ ਰੱਖੋ। ਡਾਕਟਰ ਸਾਹਿਬ ਮੈਂ ਦੇਖ ਰਹੀ ਹਾਂ ਕਿ ਸਮਾਂ ਜਿਹੜਾ ਹੈ ਉਹ ਭੱਜਦਾ ਜਾ ਰਿਹਾ। ਅਗਲੇ ਐਪੀਸੋਡ ਦੇ ਵਿੱਚ ਕਵਾਂਗੇ ਕਿ ਇਹਨੂੰ ਕੰਟੀਨਿਊ ਰੱਖਦੇ ਹਾਂ ਆਪਾਂ, ਪਰ ਦਰਸ਼ਕਾਂ ਦੇ ਸਾਹਮਣੇ ਨਵਾਂ ਐਪੀਸੋਡ ਲੈ ਕੇ ਜਾਵਾਂਗੇ ਜਿਹਦੇ 'ਚ ਨੌਹਾਂ ਦੀ ਗੱਲ ਵੀ ਕਰਾਂਗੇ, ਵਿਟਾਮਿਨ ਸੀ ਦੀ ਵੀ ਗੱਲ ਕਰਾਂਗੇ ਤੇ ਸਕਿਨ ਦੀ ਗੱਲ ਜਿਹੜੀ ਹੈ ਇਸੇ ਤਰ੍ਹਾਂ ਚੱਲਦੀ ਰੱਖਾਂਗੇ। ਸੋ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸੋ ਡਾਕਟਰ ਮਾਹਲ ਅੱਜ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਬਹੁਤ ਸਾਰੇ ਜਿਹੜੇ ਨੇ ਫਾਰਮੂਲੇ ਦੱਸੇ ਨੇ। ਫਟਾਫਟ ਪੈਨ ਪੈਨਸਲ ਲੈ ਕੇ ਨੋਟ ਕਰ ਲਓ। ਮੈਨੂੰ ਪਤਾ ਕਿ ਟੈਕਨੋਲੋਜੀ ਦਾ ਜ਼ਮਾਨਾ ਆ, ਪਰ ਫਿਰ ਵੀ ਜਿਹੜੀ ਚੀਜ਼ ਪੈਨ ਪੈਨਸਲ ਤੇ ਲਿਖ ਲਈ ਹੈ ਨਾ ਸਾਨੂੰ ਯਾਦ ਰਹਿੰਦੀ ਹੈ ਕਿ ਕਿੱਥੇ ਲਿਖੀ ਆ, ਜਾਂ ਜਦੋਂ ਅਸੀਂ ਲਿਖ ਲੈਂਦੇ ਆ ਤਾਂ ਦਿਮਾਗ ਦੇ ਵਿੱਚ ਯਾਦ ਹੋ ਜਾਂਦੀ ਹੈ। ਸੋ ਇੱਕ ਵਾਰੀ ਜ਼ਰੂਰ ਲਿਖੋ, ਇਹ ਫਾਰਮੂਲਿਆਂ ਨੂੰ ਅਪਣਾਓ ਤੇ ਆਪਣੀ ਸਕਿਨ ਵਧੀਆ ਬਣਾਓ, ਆਪਣਾ ਫੇਸ ਚਮਕਦਾਰ ਬਣਾਓ। ਇੱਥੇ ਇਹ ਨਹੀਂ ਕਿ ਔਰਤਾਂ ਦੇ ਲਈ ਹੈ, ਕੋਈ ਵੀ ਜਿਨ੍ਹਾਂ ਨੂੰ ਫੇਸ ਲੱਗਿਆ ਉਹ ਕੋਈ ਵੀ ਜਿਹੜਾ ਉਹ ਯੂਜ਼ ਕਰ ਸਕਦੇ ਆ, ਸਕੈਲਪ ਨੂੰ ਟੇਕ ਕੇਅਰ ਕਰ ਸਕਦੇ ਆ, ਵਾਲਾਂ ਨੂੰ ਟੇਕ ਕੇਅਰ ਕਰ ਸਕਦੇ ਆ। ਤੇ ਇਹੀ ਐਪੀਸੋਡ ਅਸੀਂ ਚੱਲਦਾ ਰੱਖਾਂਗੇ। ਪਾਰਟ 2 ਦੇ ਵਿੱਚ ਫਿਰ ਮਿਲਦੇ ਆ। ਦੇਖਦੇ ਰਹੋ ਸਾਂਝਾ ਟੀਵੀ ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।